ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ। ਮੈਂ ਸੁਨੀਲ ਕੁਮਾਰ ਗੱਲ ਕਰਾਂਗੇ ਪੰਜਾਬ ਦੇ ਇਸ ਵੇਲੇ ਦੇ ਭਖਦੇ ਮਸਲੇ ਤੇ, ਕਿਉਂਕਿ ਲਗਾਤਾਰ ਸੁਖਪਾਲ ਸਿੰਘ ਖਹਿਰਾ ਦੀ ਗ੍ਰਿਫਤਾਰੀ ਤੋਂ ਬਾਅਦ ਜਿੱਥੇ ਪੰਜਾਬ 'ਚ ਸਿਆਸੀ ਭੜਥੂ ਪੈ ਰਹੇ ਨੇ ਤੇ ਬਦਲਾਖੋਰੀ ਤੇ ਬਲੇਮ ਖੇਮ ਦੀ ਗੱਲ ਕਹੀ ਜਾ ਰਹੀ ਆ, ਪਰ ਦੂਜੇ ਪਾਸੇ ਜਸਤੇਜ ਸਾਹਿਬ ਨੇ ਆਮ ਆਦਮੀ ਪਾਰਟੀ ਦੇ ਸੀਨੀਅਰ ਬੁਲਾਰੇ ਨੇ। ਜਸਤੇਜ ਸਾਹਿਬ, ਜਿਸ ਤਰੀਕੇ ਨਾਲ ਹੁਣ ਸਵਾਲ ਉੱਠ ਰਹੇ ਨੇ, ਆਮ ਆਦਮੀ ਪਾਰਟੀ ਤੇ ਵਿਰੋਧੀ ਸਵਾਲ ਚੁੱਕ ਰਹੇ ਨੇ, ਕੀ ਕਹੋਗੇ? ਜਿਹੜੀ ਬਦਲਾਖੋਰੀ ਦੀ ਗੱਲ ਕਹੀ ਜਾ ਰਹੀ ਆ, ਪੁਲਿਸ ਵਾਲਿਆਂ ਨਾਲ ਕਹਿੰਦੇ ਕਾਂਗਰਸੀਆਂ ਨੂੰ ਮਿਲਣ ਨਹੀਂ ਦਿੱਤਾ ਗਿਆ, ਤੇ ਕੀ ਇਹ ਗੱਲ ਕਿਉਂ ਉੱਠ ਰਹੀ ਹੈ ਬਾਰ-ਬਾਰ? ਦੇਖੋ, ਇਸ ਮਾਮਲੇ ਦੇ ਵਿੱਚ ਇੱਕ ਬਦਲਾਖੋਰੀ ਜੇ ਸ਼ਬਦ ਵਰਤ ਰਹੇ ਹੈ, ਸੋ ਇਹਦਾ ਮਤਲਬ ਇਹ ਹੈ ਕਿ ਵੀ ਇਹ ਲੋਕ ਆਪ ਡਰੇ ਹੋਏ ਹੈ। ਇਹਨਾਂ ਨੂੰ ਪਤਾ ਕਿ ਭਗਵੰਤ ਸਿੰਘ ਮਾਨ ਤੇ ਸਰਕਾਰ ਆਮ ਆਦਮੀ ਪਾਰਟੀ ਦੀ ਡਰੱਗਸ ਦੇ ਮਾਮਲੇ 'ਚ ਬਹੁਤ ਸੀਰੀਅਸ ਹੈ। ਦੇਖੋ, ਇਹ ਮਾਮਲਾ ਜੋ ਹੈ, ਤੁਹਾਨੂੰ ਪਤਾ ਹੈ ਮਾਫੀਆ ਕਦੋਂ ਸ਼ੁਰੂ ਹੋਇਆ? ਅਕਾਲੀ ਭਾਜਪਾ ਦੇ ਦੌਰਾਨ ਹੋਇਆ ਇਹ ਮਾਫੀਆ ਸ਼ੁਰੂ। ਸਾਰਿਆਂ ਨੂੰ ਪਤਾ ਹੈ ਕਿਹੜੇ ਕਿਹੜੇ ਲੀਡਰਾਂ ਦੀ ਫੋਟੋਆਂ ਹੈਗੀਆਂ, ਸਭ ਕੁਝ ਪਤਾ ਹੈ। ਕਾਂਗਰਸ ਦਾ ਵੀ ਸਾਰਿਆਂ ਨੂੰ ਪਤਾ ਹੈ ਕਿ ਵੀ ਕਿਵੇਂ ਰਲਗੱਡ ਸੀਗੀ, ਤਾਂ ਹੀ ਅੱਜ ਤੱਕ ਕਾਬੂ ਨਹੀਂ ਹੋਇਆ। ਤੇ ਅੱਜ ਦੀ ਡੇਟ ਤੱਕ ਪੰਜਾਬ ਸੰਤਾਪ ਭੋਗ ਰਿਹਾ ਹੈ ਇਹ ਡਰੱਗਸ ਦੇ ਮੁੱਦਿਆਂ ਦਾ, ਠੀਕ ਹੈ ਨਾ। ਸੋ ਇਹਨਾਂ ਨੂੰ ਪਤਾ ਕਿ ਵੀ ਹੁਣ ਨਕੇਲ ਕੱਸਣੀ ਸ਼ੁਰੂ ਹੋ ਗਈ ਹੈ। ਇਹ ਦੇਖੋ, ਆਮ ਆਦਮੀ ਪਾਰਟੀ ਹੈ, ਬੀਜੇਪੀ ਵਾਂਗੂ ਨਹੀਂ ਹੈ ਕਿ ਵੀ ਹਾਂਜੀ ਜੇ ਈਡੀ ਦਾ ਕੇਸ ਪਾਤਾ, ਜੇ ਸੁਲਾਹ ਹੋਊਗੀ ਤਾਂ ਈਡੀ ਦਾ ਕੇਸ ਢਿੱਲ ਛੱਡਤੀ ਉਹਦੇ 'ਚ, ਠੀਕ ਹੈ ਨਾ। ਜਿਵੇਂ ਈਡੀ ਦਾ ਕੇਸ ਤਾਂ ਸੁਖਪਾਲ ਖਹਿਰਾ ਦੇ ਖਿਲਾਫ ਵੀ ਹੈ, ਠੀਕ ਹੈ ਨਾ। ਉਹਨਾਂ ਨੂੰ ਸਿਰਫ ਜ਼ਮਾਨਤ ਮਿਲੀ ਹੈ ਉਹਦੇ 'ਚ। ਜੇ ਜ਼ਮਾਨਤ ਮਿਲੀ ਹੈ ਤੇ ਉਸ ਤੋਂ ਪਹਿਲਾਂ ਕਿਵੇਂ ਜ਼ਮਾਨਤ ਕਿਵੇਂ ਮਿਲ ਗਈ, ਕਿਉਂ ਨਹੀਂ ਚੰਗੇ ਤਰੀਕੇ ਨਾਲ ਕਾਰਵਾਈ ਹੋਈ ਉੱਥੇ, ਇਹ ਪੁੱਛਣ ਵਾਲੀ ਗੱਲ ਨਹੀਂ ਹੈ। ਅੱਜ ਤੱਕ ਕੇਸ ਕਿਉਂ ਲਟਕ ਰਿਹਾ? ਉਸ ਤੋਂ ਬਾਅਦ ਤੁਸੀਂ ਦੇਖੋ ਕਿ ਵੀ ਹਾਂਜੀ ਇਹਦਾ ਮਤਲਬ ਅੰਦਰ ਖਾਤੇ ਦੇ ਉਹਨਾਂ ਨੂੰ ਇੱਕ ਜ਼ਿੰਮੇਵਾਰੀ ਦੇ ਦਿੱਤੀ ਕਿ ਬੀਜੇਪੀ ਦੇ ਨਾਲ ਰਲ ਕੇ ਕਿ ਵੀ ਹਾਂਜੀ ਬਸ ਕਿਸੇ ਵੀ ਤਰੀਕੇ ਨਾਲ ਸਰਕਾਰ ਨੂੰ ਪੁਆਇੰਟ ਆਊਟ ਕਰਦੇ ਰਹੋ। ਪਰ ਇਹ ਸਿਰਫ ਸੁਖਪਾਲ ਖਹਿਰਾ ਨਹੀਂ, ਬੀਜੇਪੀ ਦੇ ਹੋਰ ਤੁਸੀਂ ਦੇਖ ਲਓ ਈਡੀ ਦੇ ਕੇਸਿਸ ਜਿਹੜੇ ਨੇ ਸਾਰੇ ਲਟਕ ਜਾਂਦੇ ਜਦੋਂ ਲੋਕੀ ਆ ਕੇ ਬੀਜੇਪੀ ਜੁਆਇਨ ਕਰ ਲੈਂਦੇ। ਪਰ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਇੱਥੇ ਕੋਈ ਸੈਟਿੰਗ ਦੀ ਗੁੰਜਾਇਸ਼ ਨਹੀਂ ਹੈ। ਭਾਵੇਂ ਦੇਖੋ 6-7 ਮੰਤਰੀ ਇਹਨਾਂ ਦੇ ਪਿਛਲੇ ਜਿਹੜੇ ਹੈ ਅੱਜ ਕਰਪਸ਼ਨ ਕੇਸ 'ਚ ਨੇ, ਤੇ ਇਹ ਹੁਣ ਡਰੱਗਸ ਦੇ ਕੇਸ ਦੇ ਵਿੱਚ ਜਿਹੜੇ ਨੇ ਸੁਖਪਾਲ ਖਹਿਰਾ, ਇਹ ਅੱਜ ਦੀ ਡੇਟ ਦੇ ਵਿੱਚ ਇਹ ਨਹੀਂ ਕਿ ਵੀ ਇੱਥੇ ਸੈਟਿੰਗ ਹੋਣੀ ਹੈ ਤੇ ਇਹਨਾਂ ਨੂੰ ਆਜ਼ਾਦ ਕਰ ਦਿੱਤਾ ਜਾਣਾ, ਸਾਰੇ ਅੰਦਰ ਹੀ ਗਏ ਹੈ। ਸੋ ਇਹਨਾਂ ਮਾਮਲਿਆਂ ਦੇ ਵਿੱਚ ਜੇ ਅਸੀਂ ਕਹੀਏ ਕਿ ਵੀ ਹਾਂਜੀ ਇਹ ਸਿਆਸੀ ਬਦਲਾਖੋਰੀ ਹੈ, ਬਦਲਾਖੋਰੀ ਦਾ ਸਵਾਲ ਕਿੱਥੇ ਪੈਦਾ ਹੁੰਦਾ ਹੈ ਜਦੋਂ ਕੋਰਟ ਦੇ ਆਰਡਰ ਹੈਗੇ ਹੈ। ਤੁਸੀਂ ਆਹ ਦੇਖੋ ਕਿ ਵੀ ਇਹ ਕੇਸ ਕਦੋਂ ਸਟਾਰਟ ਹੋਇਆ? ਕੇਸ ਸਟਾਰਟ ਹੋਇਆ 2015 ਦੇ ਵਿੱਚ। 2017 ਦੇ ਵਿੱਚ ਇਹ ਜਦੋਂ ਕਾਂਗਰਸ ਦੀ ਸਰਕਾਰ ਸੀਗੀ, ਉਸ ਦੌਰਾਨ ਲੀਡਰ ਆਫ ਆਪੋਜੀਸ਼ਨ ਸੀਗੇ ਬਕਾਇਦਾ ਸੁਖਪਾਲ ਖਹਿਰਾ, ਐਂਡ ਉਹਨਾਂ ਦੇ ਲੀਡਰ ਆਫ ਆਪੋਜੀਸ਼ਨ ਕਿੱਥੋਂ ਸੀਗੇ? ਆਮ ਆਦਮੀ ਪਾਰਟੀ ਤੋਂ ਸੀਗੇ। 2017 ਦੇ ਵਿੱਚ ਉਸ ਕੇਸ ਦੇ ਵਿੱਚ ਤਿੰਨ ਵਿਟਨੈਸਿਸ, ਪ੍ਰੋਸੀਕਿਊਸ਼ਨ ਵਿਟਨੈਸ ਨੰਬਰ 4, 5 ਤੇ 13, ਇਹਨਾਂ ਨੇ ਆ ਕੇ ਦੁਬਾਰਾ ਬਿਆਨ ਦਿੱਤੇ ਕਚਹਿਰੀ 'ਚ। ਜਿਨ੍ਹਾਂ ਬਿਆਨਾਂ ਦੇ ਬੇਸ ਦੇ ਉੱਪਰ ਕੋਰਟ ਨੂੰ ਸਾਹਮਣੇ ਨਜ਼ਰ ਆਇਆ ਕਿ ਵੀ ਹਾਂਜੀ ਇਹਦੇ 'ਚ ਸੁਖਪਾਲ ਖਹਿਰਾ ਦਾ ਲਿੰਕ ਨਾਲ ਜੁੜ ਰਿਹਾ, ਤੇ ਉਹਦੇ ਕਰਕੇ ਉਹਨਾਂ ਦੀ ਸਮਨਿੰਗ ਹੋਈ ਹੈ। ਬਸ ਉਹ ਸਮਨਿੰਗ ਦੇ ਵਿੱਚ ਇਹ ਹੋ ਗਿਆ ਕਿ ਵੀ ਹਾਂਜੀ 10 ਲੋਕਾਂ ਦੇ ਖਿਲਾਫ ਉਹ ਕੇਸ ਸੀਗਾ। ਓਰੀਜਨਲ ਕੇਸ ਸੀਗਾ 11 ਲੋਕਾਂ ਦੇ ਖਿਲਾਫ। 11ਵਾਂ ਜਿਹੜਾ ਸੀਗਾ ਅਨਿਲ ਉਹਦਾ ਕੇਸ ਅਲੱਗ ਕਰਤਾ, ਬਾਈਫਰਕੇਟ ਕਰਤਾ ਸੀ ਕੋਰਟ ਨੇ। ਤੇ ਜਿਹੜਾ ਸੁਖਪਾਲ ਸਿੰਘ ਖਹਿਰਾ ਜਿਸ ਕੇਸ 'ਚ ਉਹਨਾਂ ਦੀ ਸਮਨਿੰਗ ਹੋਈ ਹੈ, ਉਹ ਕੇਸ 10 ਦੇ ਖਿਲਾਫ ਸੀਗਾ ਪਹਿਲਾਂ। 10 'ਚੋਂ 9 ਨੂੰ ਕਨਵਿਕਸ਼ਨ ਹੋ ਗਈ ਸੀਗੀ, ਪਰ ਕਨਵਿਕਸ਼ਨ ਦੇ ਆਰਡਰ ਦੇ ਦੌਰਾਨ ਹੀ ਇਹਨਾਂ ਦੀ ਸਮਨਿੰਗ ਹੋ ਗਈ ਸੀਗੀ। ਹੁਣ ਸੁਖਪਾਲ ਸਿੰਘ ਖਹਿਰਾ ਨੇ ਇਹ ਜਿਹੜਾ ਪ੍ਰੋਸੀਜਰ ਸੀਗਾ ਕਿ ਇਹ ਪ੍ਰੋਸੀਜਰ ਜਿਹੜਾ ਹੈ ਗਲਤ ਹੈ, ਵੀ 319 ਦੀ ਸਮਨਿੰਗ ਦੀ ਸਟੇਜ ਨਹੀਂ ਹੈ, ਠੀਕ ਹੈ। ਇਸ ਮੁੱਦੇ ਨੂੰ ਲੈ ਕੇ ਉਹਨਾਂ ਨੇ ਹਾਈ ਕੋਰਟ ਨੂੰ ਅਪਰੋਚ ਕਰਤਾ। ਹੁਣ ਹਾਈ ਕੋਰਟ ਨੇ ਉਹਨਾਂ ਦੀ ਗੱਲ ਨਹੀਂ ਮੰਨੀ, ਉਹਨਾਂ ਦੀ ਪਟੀਸ਼ਨ ਖਾਰਿਜ ਹੋ ਕੇ ਸੁਪਰੀਮ ਕੋਰਟ ਚਲੇ ਗਏ। ਸੋ ਸੁਪਰੀਮ ਕੋਰਟ ਦੇ ਸਾਹਮਣੇ ਬਕਾਇਦਾ ਸਿਰਫ ਤੇ ਸਿਰਫ ਇਹੀ ਸਵਾਲ ਸੀਗਾ, ਠੀਕ ਹੈ ਨਾ, ਕਿ ਵੀ ਇਹ 319 ਦੀ ਜਿਹੜੀ ਸਮਨਿੰਗ ਹੈ, ਇਹ 319 ਦੀ ਸਮਨਿੰਗ ਕਿਸ ਸਟੇਜ ਤੇ ਹੋ ਸਕਦੀ ਹੈ, ਕਿਸ ਸਟੇਜ ਤੇ ਨਹੀਂ ਹੋ ਸਕਦੀ। ਸੋ ਤੇ ਉਹ 5 ਜੱਜ ਦਾ ਜਿਹੜੇ ਬੈਂਚ ਸੀਗਾ, ਆਨਰੇਬਲ ਮਾਨਯੋਗ ਸੁਪਰੀਮ ਕੋਰਟ ਨੇ, ਉਹਨਾਂ ਨੇ ਕਿਹਾ ਕਿ ਹਾਂ ਨਾਲ ਕਨਵਿਕਸ਼ਨ ਦਾ ਆਰਡਰ ਹੈ ਤੇ ਨਾਲ ਸਮਨਿੰਗ ਹੈ, ਇਹ ਪ੍ਰੋਸੀਜਰ ਗਲਤ ਹੈ। ਪਰ ਕਿਧਰੇ ਵੀ ਜੋ ਵਾਪਰਿਆ ਹੈ ਕਿ ਲਿੰਕ ਹੈ ਕਿ ਨਹੀਂ ਹੈ, ਜਿਹੜਾ ਡਰੱਗ ਦਾ ਮਨੀ ਹੈ ਉਹ ਖੁਰਦ-ਪੁਰਦ ਹੋਇਆ ਕਿ ਨਹੀਂ ਹੋਇਆ, ਡਰੱਗ ਦਾ ਮਨੀ ਇਹਨਾਂ ਕੋਲ ਆਇਆ ਕਿ ਨਹੀਂ ਆਇਆ, ਕਿ ਜਿਹੜੇ ਮੁਜਰਿਮ ਨੇ ਉਹਨਾਂ ਨੂੰ ਪਨਾਹ ਦਿੱਤੀ ਗਈ ਹੈ ਕਿ ਨਹੀਂ ਦਿੱਤੀ ਗਈ। ਤੇ 3 ਵਿਟਨੈਸਿਸ ਜਿਨ੍ਹਾਂ ਦਾ ਨਾਮ ਉੱਭਰ ਕੇ ਜਿਨ੍ਹਾਂ ਦੀ ਸਟੇਟਮੈਂਟ 'ਚ ਇਹਨਾਂ ਦਾ ਨਾਮ ਆ ਰਿਹਾ ਹੈ, ਠੀਕ ਹੈ, ਉਹਨਾਂ ਦੇ ਨਾਲ ਇਹਨਾਂ ਦਾ ਕੀ ਲਿੰਕ ਹੈ, ਇਹਦੇ ਉੱਪਰ ਥੋੜ੍ਹੀ ਨਾ ਕੋਈ ਮੋਹਰ ਲਗਾਈ ਹੈ ਸੁਪਰੀਮ ਕੋਰਟ ਨੇ। ਸੁਪਰੀਮ ਕੋਰਟ ਨੇ ਕਿਧਰੇ ਇਹ ਥੋੜ੍ਹਾ ਨਾ ਕਿ ਵੀ ਜੁਰਮ ਹੋਇਆ ਕਿ ਨਹੀਂ ਹੋਇਆ, ਇਹੋ ਜਿਹੀ ਕੋਈ ਗੱਲ ਨਹੀਂ ਕਹੀ। ਸੁਪਰੀਮ ਕੋਰਟ ਨੇ ਕਿਹਾ ਵੀ 319 ਦੀ ਜਿਹੜੀ ਸਮਨਿੰਗ ਸੀਗੀ ਉਹ ਸਟੇਜ ਗਲਤ ਸੀਗੀ। ਹੁਣ ਉਹ ਆਰਡਰ ਲੈ ਕੇ ਸੁਖਪਾਲ ਖਹਿਰਾ ਥੱਲੇ ਜਾਂਦੇ ਆ ਟਰਾਇਲ ਕੋਰਟ ਕੋਲ। ਟਰਾਇਲ ਕੋਰਟ ਦੇ ਵਿੱਚ ਐਪਲੀਕੇਸ਼ਨ ਮੂਵ ਕਰਦੇ ਵੀ ਉਹਨਾਂ ਦੇ ਪਾਸਪੋਰਟ ਜਿਹੜੇ ਹੈ ਉਹਨਾਂ ਨੂੰ ਕੀਤਾ ਜਾਵੇ, ਰਿਲੀਜ਼ ਕੀਤਾ ਜਾਵੇ, ਤੇ ਜਿਹੜਾ ਇਹ ਸਮਨਿੰਗ ਦਾ ਆਰਡਰ ਰਿਕੁਐਸਟ ਕੀਤਾ ਜਾਵੇ, ਕਿਉਂਕਿ ਸੁਪਰੀਮ ਕੋਰਟ ਨੇ ਕਹਿਤਾ। ਹੁਣ ਤੁਸੀਂ ਆਹ ਆਰਡਰ ਦੇਖੋ, ਇਹ ਬਕਾਇਦਾ ਜਿਹੜਾ ਆਰਡਰ ਹੈ ਉਸ ਕੇਸ ਦੇ ਵਿੱਚ, ਇਸ ਆਰਡਰ ਦੇ ਵਿੱਚ ਕੋਰਟ ਨੇ ਕਿਹਾ ਕਿ ਹਾਂਜੀ ਸਮਨਿੰਗ ਆਰਡਰ ਜਿਹੜਾ ਹੈ ਉਹ ਸਟੇਜ ਕਰਕੇ ਸੁਪਰੀਮ ਕੋਰਟ ਦੇ ਆਰਡਰ ਕਰਕੇ ਉਹ ਨਹੀਂ ਬਣਦਾ, ਪਾਸਪੋਰਟ ਵੀ ਰਿਲੀਜ਼ ਕਰੋ। ਪਰ ਨਾਲ ਹੀ ਉਹਨਾਂ ਨੇ ਇਹ ਕਹਿਤਾ ਕਿ ਹਾਊਐਵਰ ਇਨ ਦਾ ਸੇਮ ਬ੍ਰੈਥ ਇਟ ਇਜ਼
but it is in the fitness of things to observe here that since a sit has been constituted to investigate into the role of applicants and other suspects in smuggling of drugs, ठीक है, the order of dropping of proceedings in this matter shall be without prejudice to the right of the sit to investigate and file charge sheet under 173 CRPC. So ਕੋਰਟ ਨੇ ਸਰੇਆਮ ਕਿਹਾ ਕਿ ਜਦੋਂ ਸਿਟ ਹੈ ਇਹਦੇ 'ਚ ਸਿਟ ਇੰਕੁਆਇਰ ਕਰ ਰਹੀ ਹੈ, ਜਿਹੜਾ ਇਹ ਸਮਨਿੰਗ ਆਰਡਰ ਕੁਐਸ਼ ਕੀਤਾ ਤਾਂ ਜਾ ਰਿਹਾ, ਪਰ ਸਿਟ ਇਹਦੇ 'ਚ ਆਜ਼ਾਦ ਹੈ, ਉਹ ਇਹਦੇ 'ਚ ਕੋਈ ਵੀ ਇਨਵੈਸਟੀਗੇਸ਼ਨ ਕਰ ਸਕਦੀ ਹੈ, ਇੰਕੁਆਇਰੀ ਕਰ ਸਕਦੀ ਹੈ ਇਹਨਾਂ ਅਕਿਊਜ਼ ਦੇ ਖਿਲਾਫ ਹੀ, ਠੀਕ ਹੈ ਨਾ, ਤੇ ਆਪਣੀ ਰਿਪੋਰਟ ਪੇਸ਼ ਕਰ ਸਕਦੀ ਹੈ। ਐਂਡ ਇਹ ਆਰਡਰ ਇਹ ਥੋੜ੍ਹਾ ਨਾ ਕਿ ਵੀ ਇਹਨਾਂ ਦੀ ਐਬਸੈਂਸ ਪਾਸ ਹੋਇਆ, ਇੱਥੇ ਮੈਂ ਵਕੀਲ ਸਾਹਿਬਾਨ ਦਾ ਨਾਮ ਨਹੀਂ ਲੈਂਦਾ ਪਰ ਇਹਨਾਂ ਵੱਲੋਂ ਵਕੀਲ ਪੇਸ਼ ਹੋਏ ਹੈ ਇਹਦੇ 'ਚ ਕਿ ਵੀ ਹਾਂਜੀ ਅਕਿਊਜ਼ਡ ਕੌਣ ਨੇ, ਸੁਖਪਾਲ ਸਿੰਘ ਖਹਿਰਾ, ਆ ਦੇਖੋ ਸਟੇਟ ਆਫ ਪੰਜਾਬ ਵਰਸਸ ਸੁਖਪਾਲ ਸਿੰਘ ਖਹਿਰਾ ਐਟਸੈਕਟਰਾ, ਤੇ ਇਹ ਮਾਨਯੋਗ ਵਕੀਲ ਸਾਹਿਬ ਇਹ ਹੈਗੇ ਅਕਿਊਜ਼ਡ ਵੱਲੋਂ, ਇਹਦੇ ਉਹਨਾਂ ਦੇ ਵਕੀਲ ਦੀ ਹਾਜ਼ਰੀ ਦੇ ਵਿੱਚ ਆਰਡਰ ਪਾਸ ਹੋਇਆ ਤੇ ਇਸ ਆਰਡਰ ਨੂੰ ਚੈਲੰਜ ਕਰਕੇ ਸਟੇ ਲੈ ਲੈਂਦੇ। ਹੁਣ ਇਹ ਪਾਸ ਹੋਇਆ 13 ਅਪ੍ਰੈਲ 2023 ਦਾ, ਤੇ ਹੁਣ ਤੱਕ ਇਹ ਆਰਾਮ ਨਾਲ ਬੈਠੇ ਹੋਏ ਹੈ। ਕਿਉਂ? ਕਿਉਂਕਿ ਇਹਨਾਂ ਨੂੰ ਪਤਾ ਕਿ ਵੀ ਹਾਂਜੀ ਸਿਟ ਦੇ ਵਿੱਚ ਜੇ ਇਨਕੁਆਇਰੀ ਹੋਣੀ ਹੈ, ਉਹ ਇਨਕੁਆਇਰੀ ਨੂੰ ਕੋਈ ਨਹੀਂ ਰੋਕ ਸਕਦਾ। ਮੇਰੀ ਗੱਲ, ਇੱਕ ਗੱਲ ਸਮਝੋ ਸੁਨੀਲ ਜੀ, ਜਿਹੜਾ ਕ੍ਰਿਮੀਨਲ ਕੇਸ ਹੁੰਦਾ ਹੈ ਉਹ ਇੱਕ ਬੰਦੇ ਦੇ ਖਿਲਾਫ ਨਹੀਂ ਹੁੰਦਾ। ਕ੍ਰਿਮੀਨਲ ਦਾ ਜਿਹੜਾ ਆਫੈਂਸ ਹੈ, ਡਰੱਗਸ ਦਾ ਜਿਹੜਾ ਹੈ, ਉਹ ਸਿਰਫ ਤੁਹਾਡੇ ਮੇਰੇ ਜਾਂ ਇੱਕ ਬੰਦੇ ਦੇ ਖਿਲਾਫ ਨਹੀਂ ਹੈ, ਉਹ ਮਾਨਵਤਾ ਦੇ ਖਿਲਾਫ ਹੈ, ਤਾਂ ਹੀ ਉੱਥੇ ਸਟੇਟ ਪ੍ਰੋਸੀਕਿਊਟ ਕਰਦੀ ਹੈ, ਤੁਸੀਂ ਇੰਡੀਵਿਜੂਅਲੀ ਜਾ ਕੇ ਨਹੀਂ ਕਰਦੇ। ਸੋ ਇਹ ਜਿਹੜਾ ਮੁੱਦਾ ਹੈ, ਹੁਣ ਜੇ ਉੱਥੋਂ ਕੁਐਸ਼ ਹੋ ਗਿਆ ਇਸ ਗਰਾਊਂਡ ਦੇ ਉੱਪਰ ਕਿ ਸਟੇਜ ਠੀਕ ਨਹੀਂ ਸੀ, ਇਹਦਾ ਮਤਲਬ ਇਹ ਥੋੜ੍ਹਾ ਨਾ ਕਿ ਵੀ ਉਹ ਬੇਗੁਨਾਹ ਨੇ ਜਾਂ ਗੁਨਾਹਗਾਰ ਨੇ, ਇਹ ਵੀ ਨਹੀਂ ਹੈਗਾ, ਮੈਂ ਤਾਂ ਇਹ ਵੀ ਨਹੀਂ ਕਹਿ ਰਿਹਾ, ਠੀਕ ਹੈ ਨਾ। ਉਹ ਸਟੇਜ 'ਤੇ ਹੁਣ ਸਿਟ ਨੇ ਜੇ ਇੰਕੁਆਇਰੀ ਕਰਨੀ ਹੈ ਡਰੱਗਸ ਦੀ ਜਿਹੜੀ ਐਲੀਗੇਸ਼ਨਸ ਆ, ਉਹਨੂੰ ਤਾਂ ਉਹਨਾਂ ਨੇ ਜਾਣਾ ਨਾ ਕੋਰਟ 'ਚ। ਇਹ ਥੋੜ੍ਹਾ ਨਾ ਕਿ ਵੀ ਸਿਟ ਹੁਣ ਸਰੇਆਮ ਜੇ ਐਵੀਡੈਂਸ ਸਾਹਮਣੇ ਆ ਰਿਹਾ ਤੇ ਕਿ ਬਈ ਇੱਕ 9 ਬੰਦਿਆਂ ਨੂੰ ਸੇਮ ਉਹਦੇ 'ਚ ਸਜ਼ਾ ਹੋ ਗਈ ਹੈ ਤੇ ਇਹਨਾਂ ਦਾ ਨਾਮ ਆ ਰਿਹਾ ਹੈ, ਤੇ ਇਹ ਸਿਰਫ ਇੱਕ ਪ੍ਰੋਸੀਜਰ ਕਰਕੇ ਵੀ ਸਿਟ ਚੁੱਪਚਾਪ ਬਹਿ ਜਾਏਗੀ। ਇਹ ਤਾਂ ਆਪਦੇ ਆਪ 'ਚ ਗਲਤ ਮੰਗ ਹੈ ਤੇ ਗਲਤ ਇੱਕ ਦਿਸ਼ਾ ਦਿੱਤੀ ਜਾ ਰਹੀ ਹੈ, ਲੋਕਾਂ ਦੇ ਸਾਹਮਣੇ ਗਲਤ ਮੈਸੇਜ ਦਿੱਤਾ ਜਾ ਰਿਹਾ। ਹੁਣ ਉਹ ਸਿਟ ਨੇ ਆਪਣਾ ਐਵੀਡੈਂਸ ਕਲੈਕਟ ਕਰਕੇ ਇਹਨਾਂ ਦੀ ਗ੍ਰਿਫਤਾਰੀ ਕੀਤੀ ਹੈ। ਸੋ ਇਹਦੇ 'ਚ ਕੀ ਸਿਆਸੀ ਬਦਲਾਖੋਰੀ ਵਾਲਾ ਕੀ ਹੈ? ਸਗੋਂ ਮੈਂ ਤਾਂ ਹੈਰਾਨ ਹਾਂ ਕਿ ਵੀ ਕਾਂਗਰਸ, ਅਕਾਲੀ, ਭਾਜਪਾ ਹੁਣ ਤਾਂ ਸਾਰੇ ਇਕੱਠੇ ਹੋਏ ਪਏ ਹੈ, ਉਹ ਇਕੱਠੇ ਹੋ ਕੇ ਬਚਾਉਣਾ ਚਾਹੁੰਦੇ ਅਕਾਲੀ ਭਾਜਪਾ ਕਹਿ ਰਹੇ। ਮੈਂ ਕਹਿੰਦਾ ਜੇ ਅਕਾਲੀ ਆ ਭਾਜਪਾ ਨੂੰ ਜੇ ਅੱਜ ਨਹੀਂ ਸੱਚੇ, ਉਹ ਸੱਚੇ ਸੁੱਚੇ ਲੱਗਦੇ ਆ ਖਹਿਰਾ ਸਾਹਿਬ, ਤੇ ਖਹਿਰਾ ਸਾਹਿਬ ਨੇ ਇੱਕ 2014 ਦੇ ਵਿੱਚ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਉਹਨਾਂ ਨੇ ਇੱਕ ਐਪਲੀਕੇਸ਼ਨ ਦਿੱਤੀ ਹੋਈ ਹੈ ਈਡੀ ਨੂੰ, ਜਿਹਦੇ 'ਚ ਉਹਨਾਂ ਨੇ 70 ਲੱਖ ਡਰੱਗ ਹਵਾਲਾ ਮਨੀ ਦੇ ਦੋਸ਼ ਲਗਾਏ ਬਿਕਰਮ ਮਜੀਠੀਆ ਦੇ, ਜਗਦੀਸ਼ ਭੋਲਾ ਦੇ ਰਿਲੇਟਡ। ਫਿਰ ਇਹਦਾ ਮਤਲਬ ਤਾਂ ਸੁਖਪਾਲ ਖਹਿਰਾ ਇਹ ਵੀ ਸੱਚ ਕਹਿ ਰਹੇ ਆ ਕਿ ਅਕਾਲੀ ਦਲ ਇਹ ਕਹੇਗਾ, ਫਿਰ ਹੋਰ ਕੀ? ਇਹ ਤਾਂ ਇਹੀ ਇਸ਼ਾਰਾ ਕਰਦਾ। ਸੋ ਬੇਸਿਕਲੀ ਇਹ ਸਿਆਸੀ ਬਦਲਾਖੋਰੀ ਕੀ ਹੈ? ਅਸਲ ਦੇ ਵਿੱਚ ਸਾਰੇ ਆਪ ਹੀ ਡਰੇ ਬੈਠੇ ਆ। ਇਹਨਾਂ ਨੂੰ ਪਤਾ ਹੈ ਕਿ ਵੀ ਹਾਂਜੀ ਡਰੱਗਸ ਦੇ ਮੁੱਦੇ ਦੇ ਉੱਪਰ ਜਾਂ ਕਿਸੇ ਵੀ ਮੁੱਦੇ 'ਤੇ ਭਗਵੰਤ ਸਿੰਘ ਮਾਨ, ਅਰਵਿੰਦ ਕੇਜਰੀਵਾਲ ਇਹ ਕਦੇ ਵੀ ਕੰਪਰੋਮਾਈਜ਼ ਨਹੀਂ ਕਰਨਗੇ, ਠੀਕ ਹੈ ਨਾ, ਕਿਸੇ ਇਲੀਗਲ ਐਕਸ਼ਨ 'ਤੇ। ਜਦੋਂ ਅਸੀਂ ਆਪਣੇ ਨਹੀਂ ਬਖਸ਼ਦੇ ਤੇ ਇਹ ਤਾਂ ਸਰੇਆਮ ਕਸੂਰਵਾਰ ਨੇ। ਇਹਨਾਂ ਕਰਕੇ ਤਾਂ ਪੰਜਾਬ ਜਿਹੜਾ ਦੁੱਖ ਸੰਤਾਪ ਰਿਹਾ ਅੱਜ ਤੱਕ ਭੋਗ ਰਿਹਾ, ਠੀਕ ਹੈ ਨਾ। ਉਹ ਵਿਚਾਰੀਆਂ ਮਾਵਾਂ ਜਿਹਨਾਂ ਦੇ ਬੱਚੇ ਡਰੱਗਸ ਕਰਕੇ ਮਾਰੇ ਗਏ, ਠੀਕ ਹੈ ਨਾ, ਐਂਡ ਅੱਜ ਵੀ ਹੋ ਰਿਹਾ, ਅੱਜ ਵੀ ਅਸੀਂ ਉਸ ਚੀਜ਼ ਨੂੰ ਕਾਬੂ ਕਰ ਰਹੇ ਹਾਂ, ਠੀਕ ਹੈ ਨਾ। ਹੋਏਗਾ ਸੁਧਾਰ, ਹੌਲੀ ਹੌਲੀ ਹੋਏਗਾ, ਕਿਉਂਕਿ ਫੋਟੋਆਂ ਕਿਹਦੀਆਂ ਤੁਸੀਂ ਦੇਖੋ, ਜਿਹੜੇ ਸਮਗਲਰ ਨੇ ਉਹਨਾਂ ਦੀ ਫੋਟੋ ਕਿਹੜੇ ਲੀਡਰਾਂ ਦੇ ਨਾਲ ਹੈ? ਇਹਨਾਂ ਰਵਾਇਤੀ ਪਾਰਟੀਆਂ ਦੇ ਲੀਡਰਾਂ ਦੇ ਨਾਲ ਹੈ। ਤੇ ਫਿਰ ਇਸ ਚੀਜ਼ ਨੂੰ ਰੋਕਣ ਵਾਸਤੇ ਐਂਡ ਜਦੋਂ ਕੋਖ ਦੇ ਵਿੱਚ ਜਾਓਗੇ ਤਾਂ ਲਿੰਕ ਕਿੱਥੇ ਨਿਕਲਣੇ ਆ? ਜਾਂ ਤਾਂ ਇਹਦਾ ਮਤਲਬ ਤਾਂ ਇਹੀ ਹੈ ਕਿ ਵੀ ਲਿੰਕ ਇਹਨਾਂ ਦੇ ਨਾਲ ਨਿਕਲੇ, ਤਾਂ ਹੀ ਡਰੇ ਬੈਠੇ, ਨਹੀਂ ਤਾਂ ਕਹਿਣ ਕਿ ਵੀ ਹਾਂਜੀ ਕਰੋ ਜੀ, ਕੋਈ ਨਾ, ਜੇ ਤੁਸੀਂ ਇਨਕੁਆਇਰੀ ਕਰ ਰਹੇ ਹੋ ਕਰੋ, ਕੋਈ ਗਲਤ ਥੋੜ੍ਹਾ ਨਾ ਹੈ। ਤੇ ਸਿਆਸੀ ਬਦਲਾਖੋਰੀ ਦੀ ਗੱਲ ਤਾਂ ਚਲੋ ਠੀਕ ਆ, ਮੰਨ ਲਿਆ ਕਿ ਇਹਨਾਂ ਦੇ ਲਿੰਕ ਹੋਣਗੇ ਨਹੀਂ ਹੋਣਗੇ, ਉਹ ਤਾਂ ਜਾਂਚ ਦਾ ਵਿਸ਼ਾ। ਲੇਕਿਨ ਦੂਜੇ ਪਾਸੇ ਜਦੋਂ ਪੁਲਿਸ ਨੂੰ ਮਿਲਣ ਜਾਂਦੇ ਨੇ ਕਾਂਗਰਸ ਦੇ ਲੀਡਰ, ਬਾਜਵਾ ਸਾਹਿਬ ਵੀ ਗਏ, ਬਡਿੰਗ ਸਾਹਿਬ ਵੀ ਗਏ, ਜਾਂ ਹੋਰ ਕਈ ਲੀਡਰ ਉੱਥੇ ਗਏ ਕਿ ਅਸੀਂ ਸੁਖਪਾਲ ਸਿੰਘ ਖਹਿਰਾ ਨਾਲ ਮੁਲਾਕਾਤ ਕਰਨੀ ਹੈ, ਤਾਂ ਉੱਥੇ ਮਿਲਣ ਨਹੀਂ ਦਿੱਤਾ ਗਿਆ। ਤੇ ਉਹਦੇ 'ਚ ਕਿਉਂ ਸਿਆਸਤ ਇਨਵੋਲਵ ਹੋ ਰਹੀ ਆ? ਉਹਦੇ 'ਤੇ ਵੀ ਕਿਹਾ ਜਾ ਰਿਹਾ ਕਿ ਸਿਆਸੀ ਤੌਰ ਨਹੀਂ ਮਿਲਣ ਦਿੱਤਾ ਜਾ ਰਿਹਾ। ਇਹ ਦੇਖੋ, ਮੈਨੂੰ ਸਮਝ ਨਹੀਂ ਆਉਂਦਾ ਕਿ ਵੀ ਇਹ ਪਬਲਿਸਿਟੀ ਸਟੰਟ ਇਹਨਾਂ ਨੂੰ ਕਰਨ ਦੀ ਕੀ ਲੋੜ ਹੈ, ਠੀਕ ਹੈ। ਕੋਈ ਵਕੀਲ ਜਾਂਦਾ ਹੈ, ਵਕੀਲ ਦਾ ਉੱਥੇ ਹੱਕ ਹੁੰਦਾ, ਠੀਕ ਹੈ ਨਾ। ਇਹ ਨਹੀਂ ਕਿ ਵੀ ਹਰ ਬੰਦਾ ਉੱਥੇ ਜਾ ਕੇ ਮਤਲਬ ਇੱਕ ਪਬਲਿਸਿਟੀ ਸਟੰਟ ਵਾਸਤੇ ਪ੍ਰੈਸ ਦੇ ਸਾਹਮਣੇ ਉੱਥੇ ਜਾ ਰਹੇ ਹੋਣ, ਤੇ ਜਾਂ ਤਾਂ ਇਹ ਕਹਿਣ ਕਿ ਵੀ ਕੋਈ ਵਕੀਲ ਸਾਹਿਬਾਨ ਉਹਨਾਂ ਦੇ ਖਹਿਰਾ ਸਾਹਿਬ ਦੇ ਉੱਥੇ ਜਾਣ ਦੀ ਕੋਸ਼ਿਸ਼ ਕਰ ਰਹੇ ਤਾਂ ਉਹਨਾਂ ਨੂੰ ਜਾਣ ਨਹੀਂ ਦਿੱਤਾ ਗਿਆ, ਠੀਕ ਹੈ ਨਾ। ਫਿਰ ਤਾਂ ਸੰਵਿਧਾਨਿਕ ਹੱਕ ਕਿਸੇ ਦਾ ਖਰਾਬ ਹੁੰਦਾ, ਫਿਰ ਤਾਂ ਅਸੀਂ ਮੰਨਦੇ ਹਾਂ। ਪਰ ਐਵੇਂ ਹਜੂਮ ਬਣਾ ਕੇ ਉੱਥੇ ਜੇ ਜਾਣ, ਮੈਨੂੰ ਵੈਸੇ ਪਤਾ ਵੀ ਨਹੀਂ ਕਿ ਵੀ ਇਹ ਕਿੰਨੇ ਕੁ ਲੋਕ ਗਏ ਆ, ਕਿੰਨੇ ਕੁ ਨਹੀਂ, ਫਰੈਂਕਲੀ, ਕਿਉਂਕਿ ਇਹਨਾਂ ਨੇ ਤਾਂ ਪਬਲਿਸਿਟੀ ਸਟੰਟ ਵਾਸਤੇ ਜਾਣਾ ਹੀ ਜਾਣਾ ਉੱਥੇ। ਵੈਸੇ ਜਿਹੜੇ ਇਹਨਾਂ ਦੇ ਧੜੇ ਬਣੇ ਹੋਏ ਹੈ, ਸਾਰਾ
ਸਾਰਿਆਂ ਨੂੰ ਪਤਾ ਰਾਜਾ ਵੜਿੰਗ ਹੋਣਾ ਦੇ ਆਪਣਾ ਧੜਾ ਹੈਗਾ ਹੈ, ਪ੍ਰਤਾਪ ਬਾਜਵਾ ਦਾ ਆਪਣਾ ਧੜਾ ਹੈ, ਤੇ ਆਪਸੀ ਅਖਬਾਰਾਂ 'ਚ ਰੋਜ਼ ਆਉਂਦਾ ਕਿ ਵੀ ਇਹਨਾਂ ਦਾ ਆਪਸੀ ਜਿਹੜਾ ਕੈਡਰ ਹੈ ਉਹ ਬਿਲਕੁਲ ਨਹੀਂ ਮੇਲ ਜੋਲ ਇਹਨਾਂ ਦਾ ਖਾਂਦਾ, ਤੇ ਹੁਣ ਦੋਨੋਂ ਇਕੱਠੇ ਹੋ ਕੇ ਉੱਥੇ ਪਹੁੰਚੇ ਹੋਏ ਆ। ਸੋ ਇਹ ਸਿਰਫ ਇੱਕ ਤੁਸੀਂ ਇਹ ਲਗਾਓ ਕਿ ਵੀ ਕੈਮਰੇ ਦੇ ਸਾਹਮਣੇ ਇੱਕ ਆ ਕੇ ਵਾਹ ਹੀ ਲੁੱਟਣ ਦਾ ਜਿਹੜਾ ਇਹ ਕੰਪੀਟੀਸ਼ਨ ਹੈ ਨਾ, ਇਹ ਇਹਨਾਂ ਨੂੰ ਕਰਨਾ ਨਹੀਂ ਚਾਹੀਦਾ, ਠੀਕ ਹੈ ਨਾ। ਇਹਨਾਂ ਨੂੰ ਸਗੋਂ ਨਿਰਪੱਖ ਹੋ ਕੇ ਕਹਿਣਾ ਚਾਹੀਦਾ ਹੈ ਕਿ ਤੁਸੀਂ ਕਿ ਵੀ ਸਰਕਾਰ ਕਰੇ। ਡਰੱਗਸ ਦਾ ਮੁੱਦਾ ਇਹਦਾ ਮਤਲਬ ਇਹਨਾਂ ਵਾਸਤੇ ਸੀਰੀਅਸ ਹੀ ਨਹੀਂ ਹੈ। ਅੱਜ ਜੇ ਕੋਈ ਲਿੰਕ ਨਿਕਲ ਰਿਹਾ ਤਾਂ ਮਤਲਬ ਉਹਨਾਂ ਨੂੰ ਬਚਾਉਣ ਲਈ ਬਾਰ-ਬਾਰ ਅੱਗੇ ਆ ਰਹੇ ਆ। ਹੋਰ ਤਾਂ ਕੋਈ ਫਲਸਫਾ ਨਿਕਲਦਾ ਨਹੀਂ ਹੈ। ਚਲੋ ਫਲਸਫਾ ਕਿਵੇਂ ਨਿਕਲੇ ਗਏ ਤਾਂ ਵਕਤ ਦੱਸੇਗਾ, ਲੇਕਿਨ ਫਿਲਹਾਲ ਸਾਡੇ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਤੇ ਤੁਸੀਂ ਸੁਣ ਵੀ ਲਿਆ ਆਮ ਆਦਮੀ ਪਾਰਟੀ ਦੇ ਸੀਨੀਅਰ ਬੁਲਾਰੇ ਦਾ ਕੀ ਕੁਝ ਕਹਿਣਾ ਕਿ ਕੈਮਰੇ ਸਾਹਮਣੇ ਆ ਕੇ ਸਿਰਫ ਬਾਹਾਵਾਈ ਲੁੱਟਣ ਦੀ ਕੋਸ਼ਿਸ਼ ਕਰ ਰਹੇ ਨੇ ਕਾਂਗਰਸੀ ਲੀਡਰ, ਜਾਂ ਫਿਰ ਇਹਨਾਂ 'ਚ ਏਕਤਾ, ਜਾਂ ਫਿਰ ਜਿਹੜਾ ਇਹ ਡਰੱਗ ਦਾ ਮਸਲਾ ਬਾਰ-ਬਾਰ ਉਛਲ ਕੇ ਆ ਰਿਹਾ ਤੇ ਸਿਆਸਤ ਸ਼ੁਰੂ ਹੋ ਗਿਆ। ਵੇਖਣ ਵਾਲੀ ਗੱਲ ਹੋਏਗੀ ਕਿ ਇਸ ਸਿਆਸਤ ਦਾ ਅੰਤ ਕਿੱਥੇ ਹੋਏਗਾ ਤੇ ਸੁਖਪਾਲ ਸਿੰਘ ਖਹਿਰਾ ਜਿਸ ਮਾਮਲੇ 'ਚ ਇਸ ਵੇਲਾ ਜਿਹੜੇ ਅੰਦਰ ਨੇ ਪੁਲਿਸ ਦੀ ਗ੍ਰਿਫਤ 'ਚ ਨੇ, ਉਸ ਮਾਮਲੇ ਤੇ ਕਾਨੂੰਨੀ ਕਾਰਵਾਈ ਕੀ ਹੁੰਦੀ ਆ। ਮੈਂ ਸੁਨੀਲ ਕੁਮਾਰ, ਕੈਮਰਾਮੈਨ ਹਰਜਿੰਦਰ ਦੇ ਨਾਲ, ਜਗਬਾਣੀ TV ਚੰਡੀਗੜ੍ਹ।